जय जिनेंद्र, मैं विनीता स्वागत करती हूँ धार्मिक और सामाजिक समाचारों में। आइए नजर डालते हैं आज के समाचारों पर। आज ह्यूमन रिलीफ हेल्थ एंड एजुकेशन वेलफेयर सोसाइटी की ओर से लुधियाना के सरकारी गर्ल्स हाई स्कूल लक्कड़ बाजार में कोविड-19 का फ्री वैक्सीनेशन कैंप लगाया गया। इस कैंप में 45 साल से ऊपर की उम्र वालों को कोविशील्ड की पहली डोज लगाई गई और जिन लोगों को कोविशील्ड की पहली डोज के 84 दिन हो गए हैं उनको दूसरी डोज भी लगाई गई। ਹਿਊਮਨ ਰਿਲੀਫ ਹੈਲਥ ਐਂਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਕੰਨਿਆ ਸਕੂਲ ਲੱਕੜ ਬਾਜ਼ਾਰ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ, ਅਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਰੇ ਦੇਸ਼ ਦੇ ਵਿੱਚ 45 ਪਲੱਸ ਵਾਲੀ ਵੈਕਸੀਨੇਸ਼ਨ ਨੂੰ ਫ੍ਰੀ ਦਿੱਤਾ ਔਰ ਉਸੇ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇਸ ਇਲਾਕੇ 'ਚੋਂ ਮੇਰੇ ਕਾਫੀ ਸਾਥੀ ਮੇਰੇ ਨਾਲ ਨੇ। ਰਜਿੰਦਰ ਖੱਤਰੀ ਜੀ ਸਾਡੇ ਸੀਨੀਅਰ ਨੇ, ਸੰਜੇ ਕਪੂਰ ਜੀ, ਸੰਜੂ ਸ਼ਰਮਾ ਜੀ, ਰੋਬਿਨ ਜੀ, ਸਾਰੇ ਸਾਥੀ ਇਸ ਇਲਾਕੇ ਦੇ ਨਾਲ ਨੇ, ਯਸ਼ਪਾਲ ਜਲੋਤਰਾ ਜੀ। ਅਸੀਂ ਆਪਣੀ NGO ਵੱਲੋਂ ਸਾਰੇ ਸ਼ਹਿਰ ਦੇ ਵਿੱਚ ਕੈਂਪ ਸਪਲਾਈ ਕੀਤੇ ਨੇ। ਉਹਦੇ ਤਹਿਤ ਅੱਜ ਲੱਕੜ ਬਾਜ਼ਾਰ 'ਚ ਕੈਂਪ ਲਗਾਇਆ ਜਾ ਰਿਹਾ ਔਰ ਤੁਹਾਡੇ ਮਾਧਿਅਮ ਦੇ ਨਾਲ ਮੈਂ ਜਨਤਾ ਨੂੰ ਵੀ ਬੇਨਤੀ ਕਰੂੰਗਾ ਵੀ ਜਿਨ੍ਹਾਂ ਲੋਕਾਂ ਦੀ ਵੈਕਸੀਨੇਸ਼ਨ ਲੱਗਣ ਵਾਲੀ ਹੈ ਉਹ ਜਲਦ ਤੋਂ ਜਲਦ ਆਪਣੀ ਵੈਕਸੀਨੇਸ਼ਨ ਲਗਵਾਉਣ। ਇਸ ਮਹਾਮਾਰੀ ਦਾ ਸਿਰਫ ਇੱਕ ਇਹੀ ਇਲਾਜ ਹੈ, ਹੋਰ ਕੋਈ ਨਹੀਂ। ਸਰ ਹੁਣ ਤੱਕ ਤਕਰੀਬਨ 30 ਤੋਂ 35 ਲੋਕ ਵੈਕਸੀਨੇਟ ਹੋ ਚੁੱਕੇ ਨੇ। ਸਾਡੇ ਕੋਲ 125 ਡੋਜ਼ ਹੈ, ਅਸੀਂ 125 लोगों को वैक्सीनेट कराएंगे। लुधियाना से कैमरामैन जसविंदर के साथ नलिनी की रिपोर्ट। जानकारी देते हुए प्रदर्शनकारियों ने बताया कि वह पिछली 24 तारीख से पंजाब सरकार के खिलाफ प्रदर्शन कर रहे हैं। हमारे कई कर्मचारी करीब 15 सालों से विभाग में कच्चे तौर पर काम कर रहे हैं, जिन्हें पंजाब सरकार ने सरकार बनने से पहले पक्का करने का वादा किया था, मगर हमें अभी तक पक्का नहीं किया गया। हमारी तनख्वाह भी बहुत कम है जिससे हमारा परिवार भी नहीं चलता, जिसके कारण हमारे द्वारा लगातार पंजाब सरकार के खिलाफ प्रदर्शन किया जा रहा है। सरकार से हमारा यही निवेदन है कि हमारी मांगे जल्द मानी जाए, नहीं तो आने वाले समय में संघर्ष और तेज किया जाएगा। मेरा नाम गुरसिकंदर सिंह है जी। मैं बठिंडा डिपो तो पंजाब रोडवेज पान वास्ते PRTC ਜਿਹੜੀ ਵਰਕਰ ਯੂਨੀਅਨ ਉਹਦਾ ਪ੍ਰਧਾਨ ਆ ਜੀ। ਸੋ ਸਾਡਾ ਇਹ ਜਿਹੜਾ ਪਿਛਲੇ 24 ਤਰੀਕ ਤੋਂ ਚੱਲ ਰਿਹਾ ਜੀ ਸਰਕਾਰ ਵਿਰੁੱਧ ਭੰਡੀ ਪ੍ਰਚਾਰ, ਤਾਂ ਕਿ ਅਸੀਂ ਸਰਕਾਰ ਨੂੰ ਜਗਾ ਸਕੀਏ, ਸੁੱਤੀ ਹੋਈ ਸਰਕਾਰ ਨੂੰ, ਤੇ ਨਾਲੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਅਸੀਂ ਲੋਕਾਂ ਨੇ ਪਹਿਲਾਂ ਸਾਥ ਨਹੀਂ ਦਿੱਤਾ। ਜਿਹੜੇ ਆਪਣੇ ਬਹੁਤ ਸਾਰੇ ਮਹਿਕਮੇ ਸੀਗੇ ਅਦਾਰੇ ਸਰਕਾਰੀ ਉਹ ਪ੍ਰਾਈਵੇਟ ਹੋ ਗਏ, ਸਿਰਫ ਆਪਣੇ ਕੋਲ ਬੱਸਾਂ ਦਾ ਹੀ ਰਹਿ ਗਿਆ ਜਿਹੜੀਆਂ ਸਰਕਾਰੀ ਹੈ, ਤੇ ਇਹਨੂੰ ਆਪਾਂ ਪ੍ਰਾਈਵੇਟ ਹੋਣ ਤੋਂ ਬਚਾਈਏ। ਤੇ ਬਾਕੀ ਜੋ ਸਾਡੀ ਤਨਖਾਹਾਂ ਵਾਧੀਆਂ ਬਾਰੇ ਹੈ ਤੇ ਰੈਗੂਲਰ ਹੋਣ ਬਾਰੇ ਉਹ ਅਸੀਂ ਕੈਪਟਨ ਸਾਹਿਬ ਨੂੰ ਅਪੀਲ ਕਰ ਰਹੇ ਹਾਂ ਤੇ ਉਹਦੇ ਖਿਲਾਫ ਅਸੀਂ ਜਿਹੜਾ ਭੰਡੀ ਪ੍ਰਚਾਰ ਸ਼ੁਰੂ ਕੀਤਾ। ਜਿਹੜਾ ਸਾਡੀਆਂ ਮੰਗਾਂ ਮੰਨੀਆਂ ਗਈਆਂ ਤਾਂ ਠੀਕ ਹੈ, ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਮੰਤਰੀਆਂ ਦੇ ਕੋਠਾਂ ਦੇ ਘਰਾਓ ਕਰਾਂਗੇ ਤੇ ਤਿੱਖਾ ਸੰਘਰਸ਼ ਵਿੱਢਾਂਗੇ, ਹੜਤਾਲ ਵੀ ਕਰਾਂਗੇ ਜੀ। ਕਿਸ ਤਰ੍ਹਾਂ ਭੰਡੀ ਪ੍ਰਚਾਰ ਕੀਤਾ ਜਾਂਦਾ? ਭੰਡੀ ਪ੍ਰਚਾਰ ਇਹੀ ਕੀਤਾ ਜਾਂਦਾ ਵੀ ਸਰਕਾਰਾਂ ਹਰੇਕ ਅਦਾਰੇ ਦੇ ਵਿੱਚ ਠੇਕੇ ਦੇ ਕਾਮੇ ਭਰਤੀ ਕਰਕੇ ਬਾਅਦ 'ਚ ਉਹਨਾਂ ਨੂੰ ਪੂਰੇ ਹੱਕ ਨਹੀਂ ਦਿੰਦੀਆਂ। ਫਿਰ ਉਹ ਕੀ ਹੈ, ਕਾਮੇ ਨੂੰ ਕੱਢ ਦਿੰਦੇ ਜੋ ਹੱਕ ਮੰਗਣ ਲੱਗਦੇ ਆ, ਤੇ ਜਿਹੜੇ ਅਦਾਰੇ ਇਹਨਾਂ ਨੂੰ ਪ੍ਰਾਈਵੇਟ ਕਰ ਦਿੰਦੇ ਆ ਵੀ ਇਹ ਘਾਟੇ ਚਲੇ ਗਏ। ਇਸ ਤਰ੍ਹਾਂ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਵੀ ਇਹਨਾਂ ਨੂੰ ਬਚਾ ਸਕਦੇ ਆ, ਆਪਾਂ ਬਚਾ ਲਓ ਤਾਂ ਆਪਣੀਆਂ ਨੌਕਰੀਆਂ ਹੀ ਬਚੀਆਂ ਰਹਿਣਗੀਆਂ ਆਉਣ ਵਾਲੀ ਪੀੜ੍ਹੀ ਵਾਸਤੇ ਜੀ। ਮੇਰਾ ਨਾਮ ਗੁਰਦੀਪ ਸਿੰਘ ਹੈ ਜੀ। ਮੈਂ ਬਠਿੰਡਾ ਡਿਪੂ 'ਚ ਬਤੌਰ ਡਰਾਈਵਰ ਹਾਂ ਜੀ। ਅਸੀਂ 24 ਤਰੀਕ ਤੋਂ ਲੈ ਕੇ ਭੰਡੀ ਪ੍ਰਚਾਰ ਕਰ ਰਹੇ ਹਾਂ ਸਰਕਾਰ ਦੇ ਖਿਲਾਫ। ਸਾਡੀਆਂ ਕੁਝ ਮੰਗਾਂ ਜੀ, ਅਸੀਂ ਕੋਈ 12 ਸਾਲ ਤੋਂ, ਕੋਈ 15 ਸਾਲ ਤੋਂ, ਕੋਈ 8 ਸਾਲ ਤੋਂ ਕੱਚੇ ਕਾਮੇ ਬਤੌਰ ਕੰਮ ਕਰ ਰਹੇ ਹਾਂ। ਜਿਹੜੀ ਸਾਡੀ ਤਨਖਾਹ ਮਾਤਰ 8 ਜਾਂ 10-12 ਹਜ਼ਾਰ ਦੇ ਵਿੱਚ ਹੈ। ਸਾਨੂੰ ਪਰਿਵਾਰ ਚਲਾਉਣ 'ਚ ਬਹੁਤ ਦਿੱਕਤ ਆ ਰਹੀ ਹੈ। ਇਹ ਸਰਕਾਰ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਤੁਹਾਨੂੰ ਪੱਕਾ ਕੀਤਾ ਜਾਊ, ਹਰ ਬਣਦੀ ਸਹੂਲਤ ਤੁਹਾਨੂੰ ਦਿੱਤੀ ਜਾਊ, ਤੇ ਉਹ 4.5 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਕਿਸੇ ਵੀ ਸਾਡਾ ਕੋਈ ਮੁਲਾਜ਼ਮ ਵੀ ਪੱਕਾ ਨਹੀਂ ਕੀਤਾ ਗਿਆ। ਜਿਹੜਾ ਸਰਕਾਰ ਪ੍ਰਤੀ ਸਾਨੂੰ ਰੋਸ ਹੈ ਉਹ ਅਸੀਂ ਸਰਕਾਰ ਦਾ ਭੰਡੀ ਪ੍ਰਚਾਰ ਕਰਕੇ ਬੱਸਾਂ 'ਚ ਵੀ ਤੇ ਬੱਸ ਸਟੈਂਡਾਂ 'ਚ ਵੀ ਕਰਦੇ ਹਾਂ। ਅਸੀਂ ਭੰਡੀ ਪ੍ਰਚਾਰ ਤੇ ਕਰਦੇ ਵੀ ਰਹਾਂਗੇ, ਵਿਰੋਧ ਕਰ ਰਹੇ ਹਾਂ ਅਸੀਂ। ਕਿਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ? ਸਰਕਾਰ ਕਹੇ ਵੀ ਇਹ ਝੂਠੀ ਸਰਕਾਰ ਹੈ ਜੀ, ਇਹਨਾਂ ਕੋਈ ਵਾਅਦਾ ਪੂਰਾ ਨਹੀਂ ਕਰਿਆ। ਇੱਕ ਜੋ ਲੇਡੀ ਜੀ ਨੂੰ ਇਹਨਾਂ ਨੇ ਫੈਸਿਲਿਟੀ ਦਿੱਤੀ ਹੈ ਉਹਦਾ ਅਸੀਂ ਧੰਨਵਾਦ ਕਰਦੇ ਹਾਂ, ਪਰ ਉਹਨਾਂ ਨੂੰ ਸਹੂਲਤ ਦੇਣ ਵਾਸਤੇ ਵੀ ਸਾਡੇ ਕੋਲ ਪ੍ਰੋਪਰ ਬੱਸਾਂ ਪੂਰੀਆਂ ਨਹੀਂ ਹੈਗੀਆਂ। ਤੇ ਇਹਨਾਂ ਨੇ ਜਿਹੜੇ ਪ੍ਰਾਈਵੇਟ ਘਰਾਣੇ ਆ ਉਹਨਾਂ ਨੂੰ ਵਾਧਾ ਦੇਣ ਵਾਸਤੇ ਸਾਡੀਆਂ ਬੱਸਾਂ 'ਚ 25% ਸਵਾਰੀ ਕਰਤੀ, ਜੋ ਕਿ ਬੱਸ ਸਟੈਂਡ ਤੋਂ ਹੀ ਹੋ ਜਾਂਦੀ ਆ, ਤੇ ਰਸਤੇ ਵਾਲੀ ਸਵਾਰੀ ਹੈ ਜਿਹੜੀ ਖੜੀ ਰਹਿ ਜਾਂਦੀ ਆ ਉਹ ਸਾਡੇ ਨਾਲ ਝਗੜਾ ਵੀ ਕਰਦੇ ਆ, ਸਾਡੇ ਤੇ ਇਤਰਾਜ਼ ਵੀ ਕਰਦੇ ਆ, ਗੁੱਸਾ ਵੀ ਜਤਾਉਂਦੇ ਆ, ਕਿਉਂਕਿ ਅਸੀਂ ਸਾਡੀ ਮਜਬੂਰੀ ਅਸੀਂ 25 ਤੋਂ ਵੱਧ ਚੜ੍ਹਾ ਨਹੀਂ ਸਕਦੇ ਤੇ ਸਾਡੇ ਮੋਟੇ ਚਲਾਨ ਕੱਟੇ ਜਾਂਦੇ ਆ। ਸਰਕਾਰ ਨੂੰ ਸਾਡੀ ਇਹੀ ਬੇਨਤੀ ਹੈ, ਪਨ ਬੱਸ ਤੇ PRTC ਨੂੰ ਘੱਟ ਤੋਂ ਘੱਟ ਸਹੂਲਤ ਲੈਣ ਲਈ 10,000 ਬੱਸ ਦਿੱਤੀ ਜਾਵੇ। बठिंडा से जुगनू शर्मा की रिपोर्ट। वर्तमान समय में जहां नौजवान पीढ़ी नशे के दलदल में फंसती नजर आ रही है और अपनी जिंदगी से खिलवाड़ करते जा रहे हैं और अपने परिवार का भी नुकसान कर रहे हैं। नशे के आदी होने के कारण नौजवान चोरी, डाका डालना और कई प्रकार के जुर्म भी करने से डरते नहीं हैं। वहीं दूसरी ओर
मुख्तार सिंह जो कि अमृतसर के रहने वाले हैं और मेहनत करके रोजी रोटी कमाते हैं। उन्होंने बताया कि वह शादीशुदा हैं और उनका एक लड़का भी है। हम उनके बारे में आपको क्यों बता रहे हैं? हम इसलिए बता रहे हैं कि उनका आज से 1.5 साल पहले एक एक्सीडेंट हो गया था। उनकी उसमें जान तो बच गई थी, लेकिन उनकी रीढ़ की हड्डी पर चोट लगने की वजह से वह अब अपाहिज हो गए हैं। पर वह हिम्मत नहीं हारे। वे रंजीत एवेन्यू और न्यू रियल टू चौक में जाकर मास्क बेचकर अपना गुजारा कर रहे हैं और किसी से भी भीख नहीं मांगते। जहां आज के नौजवान नशे की दलदल में फंस कर चोरी तक कर रहे हैं, ऐसे में उन्हें मुख्तार सिंह से सीख लेने की ज़रूरत है। तो 1.5 साल पहला मेरा एक्सीडेंट होया सीगा ਤੇ ਉਹਦਾ ਕਰਕੇ ਮੇਰੀਆਂ ਲੱਤਾਂ ਨੂੰ ਦੋਨਾਂ ਨੂੰ ਪਲਸਤਰ ਲੱਗਾ ਰਿਹਾ 4 ਮਹੀਨੇ। ਲੱਤਾਂ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਠੀਕ ਨੇ। ਡਿਸਕ ਦੀ ਪ੍ਰੋਬਲਮ ਰਹਿ ਗਈ ਹੈ ਤੇ ਉਹ ਵੀ ਹੌਲੀ ਹੌਲੀ ਮਾਲਕ ਕਿਰਪਾ ਕਰ ਰਿਹਾ। ਫਿਜ਼ੀਓਥੈਰੇਪੀ ਨਾਲ ਕਰਾਉਂਦਾ ਪਿਆ ਮੈਂ ਤੇ ਬਾਕੀ ਉਹਦਾ ਹੁਕਮ ਹੈ। ਤੁਹਾਡੇ ਵਿਆਹ ਹੋਇਆ ਜਾਂ ਬੱਚੇ ਵੀ ਬਣਾਉਣਗੇ ਜੀ? ਹਾਂਜੀ ਵੀਰ ਜੀ, ਮੇਰਾ ਵਿਆਹ ਵੀ ਹੋਇਆ। ਬੇਟਾ ਮੇਰਾ ਇੱਕ ਦੂਜੀ ਕਲਾਸ 'ਚ ਪੜ੍ਹਦਾ ਹੈ ਤੇ ਘਰ ਵਾਲੀ ਹੈ ਮੇਰੀ। ਮੰਮੀ ਡੈਡੀ ਹੈ ਨਹੀਂ, ਪੂਰੇ ਹੋ ਗਏ। ਜਿੱਥੇ ਤੁਸੀਂ ਰਹਿ ਰਹੇ ਕਿਹੜਾ ਇਲਾਕਾ ਹੈਗਾ ਤੇ ਆਪਣਾ ਘਰ ਹੈ ਜਾਂ ਕਿਰਾਏ ਤੇ ਰਹਿ ਰਹੇ? ਨਹੀਂ ਵੀਰ ਜੀ, ਕਿਰਾਏ ਤੇ। ਮਕਬੂਲਪੁਰਾ 12 ਨੰਬਰ ਗਲੀ 'ਚ ਰਹਿੰਦੇ ਅਸੀਂ ਤੇ ਕਿਰਾਏ ਤੇ ਰਹਿੰਦੇ ਹਾਂ। ਵੀਰ ਜੀ, ਜਿਸ ਤਰ੍ਹਾਂ ਤੁਹਾਡੇ ਸੱਟ ਲੱਗੀ ਹੋਈ, ਤੁਸੀਂ ਕਿਹਾ ਡਿਸਕ ਦੀ ਪ੍ਰੋਬਲਮ ਹੋਈ ਆ ਤੇ ਕੋਈ ਇਲਾਜ ਵਾਸਤੇ ਪੈਸੇ ਜਾਂ ਕਿਸ ਤਰ੍ਹਾਂ ਤੇ ਹਾਲਾਤ ਮਾੜੇ ਨੇ ਜਾਂ ਕਿਸ ਤਰ੍ਹਾਂ? ਨਹੀਂ ਵੀਰ ਜੀ, ਮੈਂ ਇਹ ਨਹੀਂ ਕਹਾਂਗਾ ਕਿ ਹਾਲਾਤ ਮਾੜੇ ਆ, ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਆ ਵਸਾਈ ਹੋਈ। ਇੱਥੇ ਕੋਈ ਵੀ ਬੰਦਾ ਇੱਦਾਂ ਇਲਾਜ ਕੋਲੋਂ ਨਹੀਂ ਰਹਿ ਸਕਦਾ। ਜਦੋਂ ਮੇਰੇ ਸੱਟ ਲੱਗੀ ਸੀ, ਐਕਸੀਡੈਂਟ ਹੋਇਆ ਸੀ, ਉਦੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਵਾਲੇ ਸੇਵਾਦਾਰ ਸਿੰਘ ਸੀਗੇ, ਉਹ ਮੈਨੂੰ ਜਾਣਦੇ ਸੀਗੇ ਨਿੱਜੀ ਤੌਰ ਤੇ, ਵੈਸੇ ਵੀ ਉੱਥੇ ਸੇਵਾ ਕਰਦੇ ਹੁੰਦੇ ਸੀ। ਉਹਨਾਂ ਨੇ ਮੈਨੂੰ ਪਲਸਤਰ ਲਵਾ ਕੇ ਦਿੱਤਾ ਸੀ ਲੱਤਾਂ ਤੇ ਹੁਣ ਵੀ ਜਦੋਂ ਕਦੇ ਮਿਲਦੇ ਆ ਰਾਹ ਖੜੇ, ਉਹ ਥੋੜ੍ਹੀ ਬਹੁਤੀ ਹੈਲਪ ਕਰ ਜਾਂਦੇ ਆ। ਜਾਣੀ ਕਿ ਮੈਨੂੰ ਤੰਗੀ ਨਹੀਂ ਆਉਣ ਦਿੱਤੀ ਉਹਨਾਂ ਨੇ। ਬਾਕੀ ਰੋਟੀ ਪਾਣੀ ਜੋਗੀ ਮਿਹਨਤ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਿੰਮਤ ਬਖਸ਼ੀ ਆ, ਮਾਲਕ ਨੇ ਆਪ ਕਰ ਲੈਣਾ ਆ। ਤੇ ਬਾਕੀ ਜਿਹੜਾ ਇਲਾਜ ਹੈ ਉਹ ਇੱਦਾਂ ਹੀ ਕੋਈ ਗੁਰਸਿੱਖ ਪਿਆਰਾ, ਉਹ ਮਾਲਕ ਆਪ ਹੀ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਂਦਾ। ਕਦੀ ਉਹ ਗਾਹਕ ਬਣ ਕੇ ਆ ਜਾਂਦਾ ਆ, ਕਦੀ ਉਹ ਰਿਸ਼ਤੇਦਾਰ ਬਣ ਕੇ ਆ ਜਾਂਦਾ, ਕਦੀ ਉਹ ਕਿਸੇ ਗੁਰਸਿੱਖ ਵੀਰ ਦੇ ਰੂਪ ਵਿੱਚ ਆ ਜਾਂਦਾ ਆ। ਉਹ ਮਾਲਕ ਆਪ ਹੀ ਆ ਕੇ ਕਿਰਪਾ ਕਰ ਜਾਂਦਾ ਆ, ਹੈਲਪ ਹੋ ਜਾਂਦੀ ਆ ਮੇਰੀ। ਬਾਕੀ ਮੈਨੂੰ ਤੰਗੀ ਨਹੀਂ ਆਈ ਅਜੇ ਤੱਕ। ਯਾਨੀ ਕਿ ਕੋਈ ਨਾ ਕੋਈ ਗੁਰਸਿੱਖ ਵੀਰ ਭਰਾ ਆ ਕੇ ਮੇਰੀ ਹੈਲਪ ਕਰੀ ਜਾਂਦਾ। ਜਿਸ ਤਰ੍ਹਾਂ ਅਸੀਂ ਵੇਖ ਰਹੇ ਹਾਂ ਕਿ ਤੁਹਾਡੀ ਦਾਤ ਦੇਣੀ ਚਾਹੀਦੀ ਹੈ, ਜਿਸ ਤਰ੍ਹਾਂ ਮਤਲਬ ਤੁਹਾਨੂੰ ਦੇਖ ਰਹੇ ਹਾਂ ਕਿ ਡਿਸਕ ਦੀ ਪ੍ਰੋਬਲਮ ਦੇ ਬਾਵਜੂਦ ਵੀ ਇਹ ਵੀਰ ਜੀ ਨੇ, ਗੁਰਸਿੱਖ ਨੇ ਜਿਹੜੇ ਆਪਣਾ ਮਿਹਨਤ ਕਰ ਰਹੇ ਨੇ ਆਪਣੇ ਬੱਚਿਆਂ ਵਾਸਤੇ, ਜਿਹੜਾ ਵੀ ਰੋਜ਼ਗਾਰ ਇਕੱਠਾ ਕਰ ਰਹੇ ਨੇ। ਤੇ ਹੋਰ ਵੀਰ ਜੀ, ਜਦੋਂ ਸੱਟ ਲੱਗਣ ਤੋਂ ਪਹਿਲਾਂ ਕੋਈ ਹੋਰ ਵੀ ਕੰਮ ਕਰਦੇ ਸੀ ਤੁਸੀਂ? ਹਾਂਜੀ ਵੀਰ ਜੀ, ਮੈਂ ਗੁਰਦੁਆਰਾ ਸਾਹਿਬ ਸੇਵਾ ਕਰਦਾ ਸੀ। ਹਰਿਮੰਦਰ ਸਾਹਿਬ ਵੀ? ਨਹੀਂ, ਹਰਿਮੰਦਰ ਸਾਹਿਬ ਨਹੀਂ। ਹਰਿਮੰਦਰ ਸਾਹਿਬ ਮੈਂ ਥੋੜ੍ਹਾ ਚਿਰ ਕੀਤੀ ਹੈ, ਡੇਲੀ ਬੇਸ ਤੇ, ਕੰਟਰੈਕਟ ਬੇਸ ਤੇ ਕੀਤੀ ਹੈ। ਉਸ ਤੋਂ ਬਾਅਦ 'ਚ ਮੈਂ ਨਕੋਦਰ ਵਾਲੀ ਸਾਈਡ ਸੇਵਾ ਕੀਤੀ ਹੈ, ਗੁਰਦੁਆਰਾ ਸਾਹਿਬ ਪਿੰਡ ਦੇ ਗੁਰਦੁਆਰਾ ਸਾਹਿਬ। ਹਾਂਜੀ, ਅਖੰਡ ਪਾਠ ਸਾਹਿਬ। ਤੇ ਆ ਹੁਣ ਬੈਠਣ ਦੀ ਪ੍ਰੋਬਲਮ ਕਰਕੇ ਨਹੀਂ ਹੁੰਦਾ, ਇਸ ਕਰਕੇ ਮੈਂ ਹਲਕਾ ਫੁਲਕਾ ਕੰਮ ਇਹ ਕਰ ਲੈਂਦਾ ਆ। ਇਹਦੇ ਵਿੱਚੋਂ ਰੋਟੀ ਪਾਣੀ ਜੋਗਾ ਵਧੀਆ ਮਾਲਕ ਕਰਦਾ। ਤੇ ਵੀਰ ਜੀ, ਤੁਸੀਂ ਮਤਲਬ ਇਸ ਤਰ੍ਹਾਂ ਬੈਠ ਨਹੀਂ ਸਕਦੇ, ਖੜੇ ਰਹੋ? ਨਹੀਂ ਵੀਰ ਜੀ, ਮੇਰੀ ਨਾ ਜਿਹੜੀ ਡਿਸਕ ਦੀ ਪ੍ਰੋਬਲਮ ਆ, ਇਹ ਸੁਖਮਨਾ ਨਾੜੀ ਦੇ ਨਾਲ ਕੋਈ ਰਿਲੇਟਡ ਹੈਗੀ ਆ ਪ੍ਰੋਬਲਮ। ਉਹ ਨਾ ਜ਼ਿਆਦਾ ਚਿਰ ਮੈਂ ਬਹਿ ਸਕਦਾ, ਨਾ ਜ਼ਿਆਦਾ ਸਿੱਧਾ ਖੜੇ ਹੋ ਸਕਦੇ। ਜੇ ਮੈਂ ਸਿੱਧਾ ਲੱਤਾਂ ਦੇ ਭਾਰ ਪਾ ਕੇ ਖੜਾ ਹੁੰਨਾ ਆ ਤੇ ਲੱਤਾਂ ਮੇਰੀਆਂ ਸੁੰਨ ਹੋ ਜਾਂਦੀਆਂ। ਇਸ ਕਰਕੇ ਮੈਨੂੰ 75% ਭਾਰ ਵਿਸਾਖੀਆਂ ਤੇ ਪਾਉਣਾ ਪੈਂਦਾ ਤੇ 25% ਲੱਤਾਂ ਤੇ ਹੁੰਦਾ ਹੈ। ਜਦੋਂ ਥੱਕ ਜਾਂਦਾ ਉਦੋਂ ਬਹਿ ਜੀਦਾ, ਘੜੀ ਕਦੀ ਉੱਠ ਪਈ ਕਦੀ ਬਹਿ ਜੀ ਬਸ। ਫਿਰ ਤੁਸੀਂ ਕਿੰਨੀ ਦੇਰ ਤੋਂ ਕਿੰਨੀ ਦੇਰ ਤੱਕ ਆਪਣਾ ਇੱਥੇ ਮਤਲਬ ਤੁਹਾਨੂੰ ਮਾਰਕਸ ਜਿਹੜੇ ਵਿੱਚ ਮਿਲਦੇ? ਜੀ ਲਗਭਗ ਸਵੇਰੇ ਰੋਟੀ ਪਾਣੀ ਖਾ ਕੇ 12-1 ਵਜੇ ਆ ਜੀਦਾ ਆ ਤੇ ਰਾਤੀ 9-9:30 ਵਜੇ ਤੱਕ 10 ਵਜੇ। ਇਹ ਵੀਰ ਜੀ ਨੇ ਜਿਹੜੇ ਸਵੇਰੇ 10-11 ਵਜੇ ਆ ਜਾਂਦੇ ਨੇ ਤੇ ਬਾਅਦ ਦੇ ਵਿੱਚ ਇਹਨਾਂ ਨੂੰ 12 ਵਜੇ ਤੋਂ ਲੈ ਕੇ ਸ਼ਾਮੀ 8-9 ਵਜੇ ਤੱਕ ਜਿਹੜਾ ਕਿ ਮਾਰਕਸ ਜਿਹੜੇ ਵੇਚਣ ਦੇ ਕੰਮ ਕਰਦੇ ਨੇ, ਇੱਥੇ ਆਪਣੇ ਬੱਚਿਆਂ ਵਾਸਤੇ ਰੋਜ਼ਗਾਰ ਇਕੱਠਾ ਕਰਦੇ ਨੇ। ਇਹ ਬਹੁਤ ਹੀ ਇਹਨਾਂ ਦੀ ਹਿੰਮਤ ਹੈ, ਵੇਖਣ ਯੋਗ ਹੈ। ਸਾਰਿਆਂ ਨੂੰ ਸਾਨੂੰ ਇਹਨਾਂ ਕੋਲ ਸੀਖ ਲੈਣੀ ਚਾਹੀਦੀ ਹੈ ਕਿ ਇਹਨਾਂ ਸੱਟ ਲੱਗਣ ਦੇ ਬਾਵਜੂਦ ਵੀ ਆਪਣਾ ਮਤਲਬ ਕੰਮ ਕਰ ਰਹੇ ਨੇ ਵੀਰ ਜੀ, ਆਪਣਾ ਪਰਿਵਾਰ ਪਾਲ ਰਹੇ ਨੇ। ਜਿਹੜੇ ਚੰਗੇ ਇਨਸਾਨ ਜਿਹੜੇ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇ, ਇਹਨਾਂ ਕੋਲ ਸੀਖ ਲੈਣੀ ਚਾਹੀਦੀ। ਹੋਰ ਕੁਝ ਮੈਸੇਜ ਵੀਰ ਜੀ ਦੇਣਾ ਚਾਹੋਗੇ? ਮੈਸੇਜ ਵੀਰ ਜੀ, ਮੈਂ ਤਾਂ ਇਹੀ ਕਹਾਂਗਾ ਕਿ ਸਾਰਿਆਂ ਨੂੰ ਹੱਕ ਸੱਚ ਦੀ ਮਿਹਨਤ ਕਰਕੇ ਖਾਣੀ ਚਾਹੀਦੀ ਹੈ ਤੇ ਉਹਦੇ ਹੁਕਮ ਵਿੱਚ ਰਹਿਣਾ ਚਾਹੀਦਾ। ਵੀਰ ਜੀ, ਕੋਈ ਜਿਸ ਤਰ੍ਹਾਂ ਕੋਈ ਸੰਸਥਾ ਨੇ ਜਿਹੜੀਆਂ ਕੋਈ ਤੁਹਾਡੀ ਹੈਲਪ ਕਰ ਸਕਣ, ਕੋਈ ਆਪਣਾ ਨੰਬਰ ਜਾਂ ਕੁਝ ਉਹਨਾਂ ਨੂੰ ਦੇਣਾ ਚਾਹੋਗੇ ਤੇ ਚੈਨਲ ਰਾਹੀਂ ਆਪਣਾ ਦੱਸ ਸਕਦੇ ਤੁਸੀਂ? ਵੀਰ ਜੀ, ਸੰਸਥਾ ਮੈਂ ਜੇ ਲੋੜਵੰਦ ਦੀ ਲੋੜ ਪੂਰੀ ਹੋ ਜਾਵੇ ਤੇ ਉਹ ਠੀਕ ਹੈ। ਮੈਂ ਅਜੇ ਦੇ ਰਿਹਾ ਮੈਨੂੰ ਮਾਲਕ, ਜੇ ਮੈਨੂੰ ਲੋੜ ਹੋਏਗੀ
ਤੇ ਫੇਰ ਹੀ ਮੰਗਾਂ ਨਾ। ਹੁਣ ਤੇ ਮੈਨੂੰ ਰੋਟੀ ਪਾਣੀ ਸਭ ਕੁਝ ਮਿਲਦਾ ਪਿਆ ਆ। ਮੈਂ ਐਵੇਂ ਜਾਣ ਕੇ ਕਹਾਂ ਕਿ ਮੈਨੂੰ ਦਿਓ, ਮੈਨੂੰ ਲੋੜ ਹੈ, ਨਹੀਂ, ਉਹ ਕਿਸੇ ਹੋਰ ਦੀ ਲੋੜਵੰਦ ਦੀ ਮਦਦ ਹੋ ਜਾਏਗੀ, ਮੈਂ ਕਿਉਂ ਕਿਸੇ ਨੂੰ ਦੇਵਾਂ। ਨਹੀਂ ਵੀਰ ਜੀ, ਮੇਰਾ ਕਹਿਣ ਦਾ ਮਤਲਬ ਜਿਸ ਤਰ੍ਹਾਂ ਤੁਹਾਡੇ ਸੱਟ ਲੱਗੀ ਆ, ਤੁਸੀਂ ਘਰ ਦਾ ਮਹਾ ਗੁਜ਼ਾਰਾ ਚੱਲ ਰਿਹਾ, ਤੇ ਅਸੀਂ ਚਾਹੁੰਦੇ ਕਿ ਤੁਹਾਡੀ ਕੋਈ ਇਲਾਜ ਹੀ ਕਰਵਾ ਦੇ, ਜਾਂ ਕੋਈ ਭੈਣ ਭਰਾ ਕੋਈ ਇਸ ਤਰ੍ਹਾਂ ਕਰਕੇ। ਨਹੀਂ ਵੀਰ ਜੀ, ਮੇਰੀ ਬੇਨਤੀ ਹੈ ਕਿ ਇਲਾਜ ਵੀ ਮੇਰਾ ਹੋ ਰਿਹਾ, ਗੁਰੂ ਮਹਾਰਾਜ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਕਰਵਾਈ ਜਾ ਰਿਹਾ ਹੈ, ਤੇ ਮੈਂ ਇਦਾਂ ਕਿਸੇ ਤੋਂ ਮੰਗਣਾ ਨਹੀਂ ਚਾਹੁੰਦਾ, ਕਿਉਂਕਿ ਮੰਗਣਾ ਇੱਕ ਬੜਾ ਵੱਡਾ ਪਾਪ ਆ। ਇਸ ਕਰਕੇ ਨਹੀਂ ਮੰਗਣਾ, ਮਿਹਨਤ ਕਰਕੇ ਖਾਓ, ਤੇ ਉਹ ਮਾਲਕ ਵੀ ਖੁਸ਼ ਹੈ। ਉਹ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਮੇਰੀ ਹੈਲਪ ਕਰ ਰਿਹਾ। ਕਦੀ ਉਹ ਗਾਹਕ ਬਣ ਕੇ, ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ, ਕਦੀ ਗਾਹਕ ਬਣ ਕੇ ਆ ਗਿਆ, ਕਦੀ ਰਿਸ਼ਤੇਦਾਰ ਬਣ ਕੇ ਆ ਗਿਆ, ਕਦੀ ਉਹ ਕਿਸੇ ਗੁਰਸਿੱਖ ਦੇ ਰੂਪ 'ਚ ਆ ਗਿਆ, ਹੈ ਨਾ, ਕਦੀ ਇੱਦਾਂ ਹਮਦਰਦੀ ਬਣ ਕੇ ਆ ਗਿਆ, ਜਿਵੇਂ ਤੁਸੀਂ ਆ ਗਏ ਹੋ। ਉਹ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਹੈਲਪ ਕਰੀ ਜਾਂਦਾ ਹੈ, ਮੈਨੂੰ ਮੰਗਣ ਦੀ ਲੋੜ ਨਹੀਂ। ਚਲੋ ਠੀਕ ਹੈ। अमृतसर से परमजीत सिंह की खास रिपोर्ट। कोरोना काल में लगता है कि जैसे सारी विरोधी पार्टियां बिल्कुल शांत हो गई हैं और कांग्रेस के विधायकों ने यह जिम्मा अपने कंधों पर ले लिया है। पहले तो नवजोत सिंह सिद्धू और प्रगट सिंह ने बगावती सुर पार्टी के खिलाफ बोले थे और अब कांग्रेस का सबसे पुराना चेहरा अश्विनी सेखड़ी लोगों के मुद्दों को लेकर सरकार से सवाल पूछते नजर आ रहे हैं। उनका कहना है कि लोगों को मूलभूत सुविधाएं कांग्रेस सरकार से इस समय बिल्कुल भी नहीं मिल रही और लोग पिसते जा रहे हैं। कांग्रेस के पूर्व एमएलए अश्विनी सेखड़ी ने आज जालंधर में एक प्रेस को संबोधित करते हुए कहा कि कांग्रेस पार्टी में अब बहुत बदलाव लाने की जरूरत है। अश्विनी सेखड़ी ने बिजली के मुद्दे को मुख्य रूप से सामने रखा और कहा कि पंजाब में अगर सरकार ने किसानों को बिजली माफ की है तो वह सरकार को मुफ्त में मिल रही है और इस समय पंजाब में बिजली के रेट आधे होने चाहिए, क्योंकि आज पड़ोस के राज्यों को अगर देखा जाए तो बिजली के रेट पंजाब के मुकाबले बहुत ही कम है। और उन्होंने यह भी कहा कि अगर कोई पार्टी पंजाब में बिजली के रेटों को आधा करने का वादा करेगी तो वह उसको समर्थन करेंगे। आगे उन्होंने और क्या कुछ कहा, आइए आपको भी सुनाते हैं। साडे साथी आए ने, मैं इंट्रोड्यूस करावांगा। साडे अज दे इस डेलीब्रेशन का मेन जिहड़ा मुद्दा है शहरी ते व्यापारी लोगों के लिए। मेरे नाल मेरे साथी आए ने पंजाब महाजन सभा के अध्यक्ष शक्ति महाजन जी, जिहड़े कि पंजाब के सारे महाजन कम्यूनिटी के अध्यक्ष ने। साडे खत्रियां दे साडे बहुत सीनियर आगू ते एडिशनल एडवोकेट जनरल रह चुके मुकेश बेरी जी, फॉर्मर चेयरमैन ऑफ बार काउंसिल ऑफ पंजाब के, पंजाब हरियाणा के चेयरमैन भी रहे हैं। पूरे जिहड़ा साडा पंजाब हरियाणा की बार काउंसिल है वो चेयरमैन ने। साडे नाल ब्राह्मण सभा के जिहड़े सैकटरी ने पंजाब के कामरेड रमेश जी आए ने। अरोड़ा सभा वालों साडे कुलभूषण जी आए ने। तो असी सारे ਜਿਹੜੇ ਵਪਾਰੀ और ਕਾਲਜਾਂ ਦੇ ਸਾਰੇ ਐਸੋਸੀਏਸ਼ਨ ਦੇ ਸਾਡੇ, मैं खुद भी रिप्रेजेंट करना सारे ਇੱਥੇ बैठे ने, क्योंकि कोविड करके सारे ਉੱਪਰ ਅਸੀਂ नहीं बुलाया। ਜਿਹੜਾ ਸ਼ਹਿਰੀ ਤੇ ਵਪਾਰੀ ਵਰਗ ਹੈ ਪੰਜਾਬ 'ਚ, ਇਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਸਟੇਟ ਆਫ ਪੰਜਾਬ 'ਚ ਲਗਭਗ 50%। ਸਾਡੇ ਪੰਜਾਬ 50% ਪਾਪੂਲੇਸ਼ਨ ਸ਼ਹਿਰਾਂ 'ਚ ਰਹਿੰਦੀ ਹੈ, ਛੋਟੇ ਕਸਬਿਆਂ 'ਚ ਤੇ ਵੱਡੇ ਸਿਟੀ ਤੇ ਛੋਟੇ ਸ਼ਹਿਰਾਂ 'ਚ ਰਹਿੰਦੇ ਨੇ। 167 ਲੋਕਲ ਬਾਡੀਜ਼ ਨੇ ਜਿਨ੍ਹਾਂ 'ਚ ਲੋਕ ਰਹਿੰਦੇ ਨੇ। ਇਹਨਾਂ ਦੇ ਜਿਹੜੇ ਸਮੱਸਿਆ ਆ ਉਹਦੇ ਬਾਰੇ ਅੱਜ ਅਸੀਂ ਡੈਲੀਬਰੇਸ਼ਨ ਕਰਨ ਲਈ ਇਹ ਪ੍ਰੈਸ ਨੂੰ ਯਾਦ ਕੀਤਾ। ਦੇਖੋ, ਸਭ ਤੋਂ ਪਹਿਲਾ ਮੁੱਦਾ ਅਸੀਂ ਚੁੱਕਣ ਜਾ ਰਹੇ ਹਾਂ ਕਿ ਸ਼ਹਿਰੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਜਿਹੜੀ ਬਿਜਲੀ ਮਿਲ ਰਹੀ ਹੈ ਉਹਦੇ 'ਚ ਬੜੀ ਵੱਡੀ ਲੁੱਟ ਖਸੁੱਟ, ਲੋਕਾਂ ਦੇ ਜੇਬਾਂ ਤੇ ਡਾਕਾ ਮਾਰਿਆ ਜਾ। ਅਸੀਂ ਸਰਵੇ ਕੀਤਾ, ਦੁਕਾਨਾਂ ਦੇ ਉੱਤੇ ਬੱਤੀ ਜਿਹੜੀ ਹੈ 9 ਰੁਪਏ ਤੋਂ ਲੈ ਕੇ 10.5 ਰੁਪਏ ਤੱਕ ਪਰ ਯੂਨਿਟ ਪੈ ਰਹੀ। ਘਰਾਂ ਦੇ ਵਿੱਚ ਵੀ ਬੱਤੀ 8 ਰੁਪਏ ਤੋਂ ਲੈ ਕੇ 10 ਰੁਪਏ ਦੇ ਵਿੱਚ ਪੈ ਰਹੀ ਪਰ ਯੂਨਿਟ। ਜਦ ਕਿ ਹਿਮਾਚਲ 'ਚ ਜਿਹੜਾ ਮੈਕਸਿਮਮ ਰੇਟ ਹੈ ਬੱਤੀ ਦਾ ਉਹ 4.5 ਰੁਪਏ। हरियाणा च जो मैक्सीमम रेट है वो करीबन 6.5-7 रुपए। दिल्ली च जो मैक्सीमम रेट है वो 5 और 6 रुपए है, जोड़ा कि बत्ती जी घर एवरेज पै रही। कहने का भाव जिस तरह तुम सारे भी सारे मिडिल क्लास फैमिली
ਬਿਲੋਂਗ ਕਰਦੇ ਆ, ਆਪਣੇ ਘਰ ਦਾ ਬਿਜਲੀ ਦਾ ਬਿੱਲ ਅਗਰ ਤੁਹਾਡਾ 200 ਗਜ ਘਰ ਹੈ, ਇੱਥੇ ਜਿੰਨਾ ਬਿਜਲੀ ਦਾ ਬਿੱਲ ਹੈ, ਅਗਰ ਤੁਸੀਂ ਕਿਸੇ ਹੋਰ ਆਸ-ਪਾਸ ਦੇ 3 ਸਟੇਟਾਂ 'ਚ ਕਿਤੇ ਰਹੋ, ਤੁਹਾਡਾ ਬਿਜਲੀ ਦਾ ਬਿੱਲ ਅੱਧਾ ਹੋਵੇਗਾ। ਤੇ ਸ਼ਹਿਰੀਆਂ ਦੀ ਇਹ ਮੰਗ ਹੈ, ਵਪਾਰੀਆਂ ਦੀ ਇਹ ਮੰਗ ਹੈ ਕਿ ਸਾਡਾ ਬਿਜਲੀ ਦਾ ਰੇਟ ਜਿਹੜਾ ਵਾ ਜੋ ਅੱਜ ਆ ਰਿਹਾ ਉਸ ਤੋਂ ਅੱਧਾ ਹੋਣਾ ਚਾਹੀਦਾ। ਔਰ ਮੈਂ ਸਮਝਦਾ ਵਾਂ ਕਿ ਜ਼ਿੰਮੇਵਾਰ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਜਾਂ ਰਿਪਰੈਜ਼ੈਂਟ ਕਰਦੇ ਰਹੇ ਆ, ਮਿਨਿਸਟਰ ਵੀ ਰਹੇ, MLA ਵੀ ਰਹੇ, ਮੈਂ ਸਮਝਦਾ ਇਹ ਮੰਗ ਬਿਲਕੁਲ ਜਾਇਜ਼ ਹੈ, ਕਿਉਂਕਿ ਸਾਡੇ ਪੰਜਾਬ ਨੂੰ ਜਿਹੜੀ ਬਿਜਲੀ ਆ ਰਹੀ ਹੈ ਉਹ 'ਚ ਬੜਾ ਵੱਡਾ ਹਿੱਸਾ ਜਿਹੜਾ ਵਾ ਭਾਖੜਾ ਡੈਮ ਤੋਂ ਵੀ ਆ ਰਿਹਾ। ਸਾਡੀ ਸਰਕਾਰ ਜਿਹੜੀ ਹੈ ਉਹ ਹਰ ਸਾਲ ਲਗਭਗ 7000 ਕਰੋੜ ਰੁਪਈਆ ਬਿਜਲੀ ਬੋਰਡ ਨੂੰ ਸਬਸਿਡੀ ਦੇ ਰਹੀ ਹੈ ਕਿ ਕਿਸਾਨਾਂ ਨੂੰ ਬੱਤੀ ਫ੍ਰੀ ਕੀਤੀ ਜਾਏ। ਜਿਹੜੀ ਕਿਸਾਨਾਂ ਨੂੰ ਜਿਹੜੀ ਲਗਭਗ 14 ਲੱਖ ਫਾਰਮਰਸ ਨੂੰ ਜਿਹੜੀ ਬੱਤੀ ਦੇ ਰਹੀ ਹੈ ਬਿਜਲੀ ਬੋर्ड, वो कह रहे हैं कि ऐसी बिजली क्योंकि सब्सिडाइज की है तो जालंधर से नरेंद्र गुप्ता की रिपोर्ट। कोरोना की मार झेल रहे जिम मालिकों ने सरकार के विरोध में श्री मुक्तसर साहिब में मानव कतार लगाई। उन्होंने जिम को फिर से खोलने की मांग की। पिछले लॉकडाउन के दौरान जिम 8 महीने से बंद था और इस बार भी जिम अब कोरोना प्रतिबंधों के कारण बंद है। जिम खोलने की मांग को लेकर श्री मुक्तसर साहिब के बस स्टैंड के सामने प्रदर्शन किया गया। इस बीच जिम मालिकों ने कहा कि जिस तरह दुकानदारों को सुबह के टाइम दुकान खोलने का नियम दिया गया है, उसी कार्यक्रम के अनुसार ही व्यायामशालाएं भी खोली जाएं। सरकार ਨੂੰ ਦੇਖੋ ਵੀ ਇਹ ਚੀਜ਼ਾਂ ਨੂੰ ਬੰਦ ਨਹੀਂ ਕਰਨੀ ਚਾਹੀਦੀ। ਕੋਈ ਵੀ ਗੇਮ ਹੈ, ਕੋਈ ਬੱਚਿਆਂ ਦੀ ਤਿਆਰੀ ਹੈ, ਕੋਈ ਬੰਦਾ ਪੰਜਾਬ ਦੀ ਤਿਆਰੀ ਕਰ ਰਿਹਾ ਹੈ, ਉਹਨੇ ਅਗਾਂਹ ਇੰਡੀਆ ਲੜਨਾ ਹੈ, ਕੋਈ ਹਰੇਕ ਬੰਦੇ ਨੇ ਆਪਦੀ ਦੇਖੋ ਸਿਸਟਮ, ਸਕੂਲ ਦੀਆਂ ਫੀਸਾਂ, ਦੁੱਧ ਦੇ ਬਿੱਲ, ਕਿਰਾਏ ਕਿੱਥੋਂ ਭਰਦੇ, ਬੱਚਿਆਂ ਦੀ ਗੇਮਾਂ ਬੱਚੇ ਰੋਕੀਆਂ। ਜਿਹੜੇ ਬੱਚੇ ਤਿਆਰੀ ਕਰ ਰਹੇ ਸੀ ਉਹ ਕਿੱਥੋਂ ਦੀ ਤਿਆਰੀ ਕਰਾਈਏ। ਇੱਕ ਤਾਂ ਆਪਾਂ ਨੇ ਵੀ ਆਪਾਂ ਪੰਜਾਬ ਦਾ ਨਾਮ ਬਣਾਉਣਾ ਹੈ, ਇੰਡੀਆ 'ਚ ਨਾਮ ਬਣਾਉਣਾ ਹੈ, ਤੇ ਨਾ ਕਿਵੇਂ ਬਣੂਗਾ। ਖਿਡਾਰੀ ਸਾਰੇ ਹੁਣ ਘਰੇ ਬਾਦੇ ਆ, ਤੇ ਘਰੇ ਬੰਦ ਹਮਾਰੀ ਲੱਗਦੀ ਹੈ ਕਿ ਮਿਹਨਤ ਲਾਉਣ ਦਾ ਬੰਦਾ ਬਚਦਾ ਹੈ। ਸਾਡੀ ਇਹੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ, ਦੇਖੋ ਜਿਵੇਂ ਦੁਕਾਨਾਂ ਨੂੰ ਟਾਈਮ ਦਿੱਤਾ ਸਾਡੇ ਭਰਾਵਾਂ ਨੂੰ ਬਹੁਤ ਖੁਸ਼ੀ ਹੈ, ਸਾਨੂੰ ਵੀ ਉਵੇਂ ਦੇਖੋ 5 ਬੰਦੇ ਕਰਕੇ ਅਸੀਂ ਜਿੰਮਾਂ 'ਚ ਵਾੜਾਂਗੇ। ਇਹ ਵੀ ਇਕੱਠ ਮਾਰਦੇ ਆ, ਅਸੀਂ ਉਹਨਾਂ ਦੇ ਮੁਤਾਬਕ ਚੱਲਾਂਗੇ ਜਿਵੇਂ ਸਰਕਾਰ ਕਹਿੰਦੀ ਹੈ ਵੀ ਅਸੀਂ ਇਕੱਠ ਨਹੀਂ ਮਾਰਦੇ। ਜਿੰਮ ਹਰੇਕ ਬੰਦੇ ਜਿੰਮ 100-150 ਫੁੱਟ ਲੰਮਾ ਹੈ, ਕੋਈ 30-40 ਫੁੱਟ ਚੌੜਾ ਵੀ ਹੈਗਾ। ਉੱਥੇ 5 ਬੰਦੇ ਲੈਣ 5 ਬੰਦੇ ਕਰਕੇ ਲਵਾਵਾਂਗੇ। ਅਸੀਂ ਕਦੇ ਰੂਲ ਨਹੀਂ ਤੋੜਦੇ, ਅਸੀਂ ਸਰਕਾਰ ਦੇ ਨਾਲ खड़े बराबर दे। श्री मुक्तसर साहिब से सोनू खेड़ा की रिपोर्ट। पठानकोट में फिर लगे सांसद सनी देओल के गुमशुदगी के पोस्टर। यूथ कांग्रेस ने लगाए पठानकोट बस स्टैंड और रेलवे स्टेशन में गुमशुदगी के पोस्टर। लोकसभा हल्का गुरदासपुर से सांसद सनी देओल अक्सर विवाद में घिरे रहते हैं। बात पिछले साल की करें तो कोविड के दौरान अपने लोकसभा हल्के में न आने की वजह से स्थानीय लोगों द्वारा रेलवे स्टेशन के बाहर सांसद के गुमशुदगी के पोस्टर लगाए गए थे, जिसके बाद सांसद खुद तो लोकसभा गुरदासपुर में नहीं पहुंचे, लेकिन कोविड संबंधी सामान सरकारी अस्पताल को उपलब्ध करवाए गए। और आज फिर एक बार यूथ कांग्रेस की तरफ से लोकसभा हल्का से जीत हासिल कर गायब हुए सांसद सनी देओल के गुमशुदगी के पोस्टर पठानकोट बस स्टैंड और पठानकोट रेलवे स्टेशन में लगाए गए हैं। और सांसद से अपील करी गई कि वो हल्के में आकर हल्के के लोगों की मुश्किलें सुने, ताकि इस कोविड काल में लोगों को कुछ राहत मिल सके। ਅੱਜ ਅਸੀਂ ਸਨੀ ਦਿਓਲ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਕੋਈ ਗੁਰਦਾਸਪੁਰ ਨਾਂ ਦਾ ਲੋਕ ਸਭਾ ਹਲਕਾ ਹੈ ਜਿੱਥੋਂ ਤੂੰ ਸੰਸਦ ਬਣਿਆ ਸੀ, ਤੇ ਅੱਜ 2 ਸਾਲ ਹੋ ਗਏ ਆ, 2.5 ਸਾਲ ਇਹ ਸਾਨੂੰ ਅੱਜ ਤੱਕ ਗੁਰਦਾਸਪੁਰ ਦੇ ਵਿੱਚ ਲੱਭਿਆ ਨਹੀਂ। ਕਰੋਨਾ ਕਾਲ ਚੱਲ ਰਿਹਾ, ਕਿਸਾਨ ਤਰਾਹੀ ਕਰ ਰਹੇ ਨੇ, ਆਪਣਾ ਧਰਨਾ ਦੇ ਰਹੇ ਨੇ। ਇਹ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਕਹਾਉਂਦਾ, ਤੇ ਪੰਜਾਬ ਦਾ ਪੁੱਤ ਜੇ ਕਹਾਉਣਾ ਚਾਹਨਾ ਤੇ ਕੋਈ ਪੰਜਾਬ ਨੂੰ ਫਰਜ਼ਾਦਾ ਕਰੋ। ਯੂਥ ਬੇਰੁਜ਼ਗਾਰ ਚੱਲ ਰਿਹਾ, ਸਭ ਕੁਝ ਚੱਲ ਰਿਹਾ, ਪਰ ਇਹਦੇ ਸਿਰ ਤੋਂ ਜੂੰ ਨਹੀਂ ਸਿਰਕਦੀ। ਇਹ ਆਪਣੇ ਬੰਬੇ ਦੇ ਵਿੱਚ ਕੁਆਰੰਟਾਈਨ ਹੋ ਕੇ ਬੈਠਿਆ। ਕਰੋਨਾ ਕਾਲ ਹੈ, ਤੁਸੀਂ ਆਪਣੀ ਜਨਤਾ ਦਾ ਖਿਆਲ ਕਰੋ। ਆਪਣੇ ਕੌਂਸਟੀਟੂਐਂਸੀ ਦੇ ਵਿੱਚ, ਆਪਣੇ ਹਲਕੇ ਦੇ ਵਿੱਚ ਆ ਕੇ ਜਨਤਾ ਦਾ ਹਾਲ ਪੁੱਛੋ। ਤੇ ਬੰਬੇ ਵਾਲਿਆਂ ਨੇ ਵੋਟਾਂ ਨਹੀਂ ਦਿੱਤੀਆਂ, ਵੋਟਾਂ ਗੁਰਦਾਸਪੁਰ ਤੇ ਪਠਾਨਕੋਟ ਨੇ ਪਾਈਆਂ ਤੁਹਾਨੂੰ। ਇੱਕ ਵਾਰ ਕਿਤੇ ਆ ਕੇ ਸਾਨੂੰ ਦਰਸ਼ਨ ਦੇ ਦਿਓ ਸਾਡੇ ਸੰਸਦ ਜੀ, ਸਾਡੇ ਲੋਕ ਸਭਾ ਗੁਰਦਾਸਪੁਰ ਤੋਂ ਸੰਸਦ ਜੀ, ਸਾਨੂੰ ਦਰਸ਼ਨ ਦੇ ਦਿਓ। ਆਪਾਂ ਤੁਹਾਡੇ ਥਾਂ ਤੇ ਪੋਸਟਰ ਲਾ ਰਹੇ ਆ ਕਿ ਕੋਈ ਵੀ ਇਹਨਾਂ ਦਾ ਸਾਨੂੰ ਪਤਾ ਦੱਸੇ ਹੈ ਕਿੱਥੇ ਨੇ, ਅਸੀਂ ਆਪ ਆ ਕੇ ਮਿਲ ਲੈਂਦੇ ਤੁਹਾਨੂੰ। ਕਿਤੇ ਇੱਕ ਪੋਸਟ ਹੀ ਪਾ ਦਿਓ, ਮੈਂ ਇਹ ਜਗ੍ਹਾ ਰਹਿਣਾ ਜਾਂ ਉਹ ਜਗ੍ਹਾ ਰਹਿਣਾ। ਤੇ ਸਾਡੇ ਜਿੰਨੇ ਵੀ ਯੂਥ ਦੇ ਵਰਕਰ ਨੇ ਉਹਨਾਂ ਨੂੰ ਸਾਰਿਆਂ ਨੂੰ ਰੋਜ਼ਗਾਰ ਦਾ ਧਿਆਨ ਦਿਓ, ਸਾਡੇ ਬਜ਼ੁਰਗਾਂ ਦਾ ਖਿਆਲ ਰੱਖੋ। ਤੁਹਾਨੂੰ ਵੀ ਵੋਟਾਂ ਪਾ ਕੇ ਜਿਤਾ ਕੇ ਦਿੱਲੀ ਵਿੱਚ ਭੇਜਿਆ, ਤੇ ਮੋਦੀ ਸਾਹਿਬ ਦੇ ਅੱਗੇ ਸਾਡੀਆਂ ਮੰਗਾਂ ਰੱਖੋ। ਜੋ ਵੀ ਸਾਡੀਆਂ ਜ਼ਰੂਰਤਾਂ ਨੇ, ਸਾਨੂੰ ਇਸ ਵੇਲੇ ਆਕਸੀਜਨ ਦੀ ਬੜੀ ਜ਼ਰੂਰਤ ਹੈ, ਸਾਨੂੰ
ਆਪਣੇ ਸਿਲੰਡਰਾਂ ਦੀ ਬਹੁਤ ਜ਼ਰੂਰਤ ਹੈ, ਤੁਸੀਂ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੋ। पठानकोट से आलोक कुमार की रिपोर्ट। साझा मोर्चा शिक्षक संघ ने आज बठिंडा उपायुक्त कार्यालय के सामने शिक्षा मंत्री विजय इंद्र सिंगला और शिक्षा सचिव कृष्ण कुमार के पुतले जलाए। शिक्षा मंत्री ने उन शिक्षकों को पत्र जारी करने और वेतन आयोग की रिपोर्ट का प्रकाशन बंद करने और स्कूलों के निजीकरण को रोकने की मांग की। आज पूरे पंजाब भर में शिक्षा मंत्री और सचिव के पुतलों को फूंका गया। ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੋਟਰਸਾਈਕਲ ਮਾਰਚ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਦੀ ਜਿਹੜੀ ਅਰਥੀ ਆ ਉਹ ਫੂਕੀ ਗਈ ਹੈ। ਸਿੱਖਿਆ ਮੰਤਰੀ ਜਿਹੜਾ ਪੰਜਾਬ ਦਾ, ਉਹਦੀ ਪੰਜਾਬ ਦੀ ਸਿੱਖਿਆ ਦੇ ਮਹਿਕਮੇ ਦੀ ਕੋਈ ਹੋਂਦ ਨਹੀਂ ਆ। ਨਾ ਸਿੱਖਿਆ ਵਿਭਾਗ ਦਾ ਜਿਹੜਾ ਸਿੱਖਿਆ ਮੰਤਰੀ ਆ ਉਹ ਸਿੱਖਿਆ ਸੰਬੰਧੀ ਕੋਈ ਫੈਸਲੇ ਲੈ ਰਿਹਾ। ਜਿੰਨੇ ਫੈਸਲੇ ਨੇ ਉਹ ਇੱਕ ਅਧਿਕਾਰੀ ਦੁਆਰਾ ਲਏ ਜਾ ਰਹੇ ਨੇ। ਜਦੋਂ ਦੀ ਸਰਕਾਰ ਬਣੀ ਆ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਇਸ ਕੁਰਸੀ ਤੇ ਬੈਠਾ ਹੋਇਆ ਸਰਕਾਰ ਦਾ ਚਹੇਤਾ ਅਫਸਰ ਆ। ਇੱਥੇ ਗੱਲ ਸਾਨੂੰ ਸਮਝ ਆਉਂਦੀ ਆ, ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਸਰਕਾਰੀ ਸਕੂਲਾਂ ਨੂੰ ਅਸੀਂ ਸਮਝਦੇ ਪ੍ਰਾਈਵੇਟ ਹੱਥ ਦੇਣ ਵਾਲੀ ਗੱਲ ਆ ਜਿਹੜੀ, ਉਹ ਅਧਿਕਾਰੀ ਬੜੇ ਵਧੀਆ ਢੰਗ ਨਾਲ ਇਹ ਲਾਗੂ ਕਰ ਰਿਹਾ। ਨਵੀਂ ਸਿੱਖਿਆ ਨੀਤੀ 2020 ਜਿਹਦੇ ਵਿੱਚ ਪ੍ਰਾਈਵੇਟੇਸ਼ਨ ਦਾ ਜਿਹਨੂੰ ਲੈ ਕੇ ਜਾਣ ਵਾਲਾ ਇਹਦਾ ਜਿਹੜਾ ਇਸ਼ਾਰਾ ਕਰਦੀ ਆ ਤੇ ਮਿਡਲ ਸਕੂਲਾਂ ਦਾ ਖਾਤਮਾ ਇਹਦੇ ਤਹਿਤ ਕੀਤਾ ਗਿਆ। ਸਕੂਲਾਂ ਜਾ ਕੇ ਪੜ੍ਹਾਓ, ਜਿਹਦੇ ਖਾਲੀ ਪੋਸਟਾਂ ਭਰੀਆਂ ਨਹੀਂ ਜਾ ਰਹੀਆਂ, ਬਦਲੀਆਂ ਕਰਤੀਆਂ, 3 ਮਹੀਨੇ ਹੋ ਗਏ ਪਰ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਹਰ ਹਫ਼ਤੇ ਚਿੱਠੀ ਆਉਂਦੀ ਹੈ ਵੀ ਅਗਲੇ ਹਫ਼ਤੇ ਬਦਲੀ ਲਾਗੂ। बठिंडा से जगनू शर्मा की रिपोर्ट। नाभा पहुंचे पंजाब के कैबिनेट मंत्री साधु सिंह धर्मसोत ने ऑक्सीजन कंसंट्रेटर 5 बेड नाभा सिविल हॉस्पिटल और सब तहसील भासों में देने पर, इसके अलावा कोरोना वायरस में डॉक्टर और सेहत विभाग के कर्मचारियों को सम्मानित किया। इस मौके कैबिनेट मंत्री साधु सिंह धर्मसोत ने पत्रकारों के साथ बातचीत करते हुए कहा कि सुप्रीम कोर्ट की तरफ से केंद्र सरकार को वैक्सीन के लिए झाड़ लगाई है। धर्मसोत ने कहा कि देश में वैक्सीन की कमी के चलते ही सुप्रीम कोर्ट को दखल देना पड़ा। मोदी साहब को चाहिए कि वह रैलियां छोड़कर वैक्सीन की कमी को पूरा करे। सुखबीर बादल की तरफ से कहा गया है कि कैप्टन अपनी कुर्सी बचाने के लिए तहसीलदार और डीएसपी की नौकरी एमएलए के बेटों को दे रहे हैं, जिस पर सुखबीर बादल के सवाल का जवाब देते हुए धर्मसोत ने कहा कि छाछ बोले तो बोले, छालनी भी बोले। सुखबीर बादल के ऊपर सख्त तेवर दिखाते हुए कहा कि 10 साल जिन्होंने पंजाब को लूटा है वह ऐसी बातें कर रहे हैं जिनको हम नौकरियां दे रहे हैं। उन्होंने देश के लिए और पंजाब के लिए शहादतें दी हैं, परंतु प्रकाश सिंह बादल, सुखबीर बादल, विक्रम मजीठिया और हरसिमरत बादल ऐसी बातें बोलकर शहीदों के परिवारों का अपमान कर रहे हैं, परंतु कैप्टन अमरिंदर सिंह इनका सम्मान कर रहे हैं। धर्मसोत ने कहा कि पंजाब में किसी को भी गैर कानूनी नौकरी नहीं दी जाएगी। उन्होंने कहा कि हम पंजाब में जल्द ही 1 लाख से अधिक सरकारी नौकरियां दे रहे हैं। मैं इन्हां दा धन्नवाद करदा इस कंपनी का। और दूसरा इत्थे 5 बैड असी जिहड़े ऑक्सीजन दिंदे है, हाँ जी, ऑक्सीजन कंसनट्रेटर वो असी दे रहे हैं। और सानू एक मंडी गोबिंदगढ़ की कंपनी है माधव कंपनी है, वो दे रहे हैं भासों ਲਈ 5 बैड ਤੇ 5 बैड ही नाभे ਲਈ दे रहे हैं। वो भी अज असी शुरुआत कर रहे हैं ताकि औखे विपता के टाइम लोगों ने इधर उधर भटकना ना पवे, जो कोई रब ना करे ऐसी गल है इतने उत्थे वह साधन हो सके। और मेरी कोशिश है कि वो जोड़े लगाने ने असी जंतर उन्होंने कल्ले कल्ले लहदा कमरे 'च असी कोशिश करते हैं या 2 तो वध ना होण, ते नहीं तो एक दूजे को देख के मरीज घबराई जाते हैं। मंत्री साहब, जिस तरह वैक्सीन लैके पूरे देश के लग रहा भी काफ़ी सुप्रीम कोर्ट ने भी काफ़ी खिंचाई की केंद्र सरकार की, कदों तक वैक्सीन पूरी होएगी की किते केंद्र सरकार ये तो मोदी साहब ही दस सकते हैं। जे ढिल ना हुंदी तो सुप्रीम कोर्ट ना इस आदेश जारी करते, उन्होंने ढिल मठ कारण ही सुप्रीम कोर्ट को दखल देना पिया। और मोदी साहब को चाहिए कि रैलियां रूलियां छड्ड के चोणां छड्ड के हुण देश के लोगों का ध्यान रखण। तहसीलदार ते डीएसपी की नौकरी लैके सियासत करन आ रही है। सुखबीर बादल कहते कैप्टन साहब आपकी कुर्सी को बचाने लिए सब कुछ कर रहे हैं। मेरी गल सुनो, कहता छज्जदा बोले छाल नहीं बोले। वो बंदे जिन्होंने पंजाब नूं लुट के खा लिया यारो, बेअदबियां तक नहीं बख्शिया पंजाब नूं, वो किहड़े मूँह नाल बोलते हैं। उन्होंने जिस सुखबीर बादल एमएलए के बंदे की नौकरी करते हो तो किसी असूल से होएगी, मैनूं नहीं पता किवें होएगी। जे एक अतवादियों ने देशद्रोही लोगों ने एक बंदे नूं गोलियां मार के मारना, उसकी औलाद नूं कोई नौकरी देती, कोई माड़ी गल, देश लई मरे ने। ते इन्हां ने किहड़े देश लई लड़े ने? बादल साहब मुख्य मंत्री,
ਉਹਦਾ ਬੇਟਾ ਸੀ ਡਿਪਟੀ ਮੁੱਖ ਮੰਤਰੀ, ਉਹਦਾ ਬੇਟਾ ਹੀ ਫਿਰ ਪਾਰਟੀ ਦਾ ਪ੍ਰਧਾਨ, ਜਵਾਈ ਉਹਦਾ ਮਿਨਿਸਟਰ, ਫਿਰ ਉਹਦੀ ਨੂੰਹ ਸਾਰਿਆਂ ਨੂੰ ਛੱਡ ਕੇ ਸੈਂਟਰ 'ਚ ਮਿਨਿਸਟਰ, ਉਹ ਮੁੰਡੇ ਦਾ ਸਾਲਾ ਮਿਨਿਸਟਰ, ਉਹਦਾ ਭਣਵਈਆ ਮਿਨਿਸਟਰ। ਕਿਹਦੀ ਗੱਲ ਕਰੋਗੇ? ਉਹ ਬੰਦੇ ਬੋਲ ਰਹੇ ਨੇ ਜਿਨ੍ਹਾਂ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਨੌਕਰੀ ਦੇ ਰਿਹਾ। ਜਿਵੇਂ ਲੁਧਿਆਣੇ ਦੇ ਵਿੱਚ ਜੋਗਿੰਦਰਪਾਲ ਪਾਂਡੇ, ਉਹ ਜੋ ਸਿੱਖਾਂ ਦਾ ਵਿੱਚ ਜਦੋਂ ਗੁਰਦੁਆਰਾ ਪਿੰਡਾਂ 'ਚੋਂ ਕੱਢ ਕੇ ਬੱਸਾਂ 'ਚੋਂ ਕੱਢ ਕੇ ਲੋਕਾਂ ਨੂੰ ਮਾਰ ਰਹੇ ਸੀ ਇੱਕ ਤਰਫੇ ਦਿਨ ਅੱਤਵਾਦੀ, ਉਸ ਟਾਈਮ ਜੋਗਿੰਦਰਪਾਲ ਪਾਂਡੇ ਸਾਬਕਾ ਮਿਨਿਸਟਰ MP ਦਾ ਗੋਲੀਆਂ ਮਾਰ ਕੇ ਕਤਲ ਹੋਇਆ ਸੀ। ਤੇ ਉਸ ਸ਼ਹੀਦ ਦੇ ਬੱਚੇ ਨੂੰ ਜੇ ਨੌਕਰੀ ਦਿੱਤੀ ਹੈ ਤੇ ਅੱਜ ਸ਼ਹੀਦ ਦਾ ਇਹ ਅਪਮਾਨ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਸਨਮਾਨ ਕਰ ਰਿਹਾ अपमान कर रहे हैं। नाभा से सुखचैन सिंह की रिपोर्ट। कैप्टन सरकार का अपने मंत्री, विधायक और सांसद मेंबर के लड़कों को ही नौकरी दे रहे हैं, ये कहना है इंकलाब जिंदाबाद लहर का, जिसकी वजह से आज लुधियाना के DC दफ्तर के बाहर इंकलाब जिंदाबाद लहर ने रोष प्रदर्शन किया। कि कैप्टन अमरिंदर सिंह जी पिछले दिनी अपने विधायकों को नौकरियां वंड रहे आ। और नौकरियां क्यों वंड रहे? क्योंकि उन्होंने जो विधायक ने बागी हो चुके हैं, उन्हों का साथ की सानू थोड़े साथ की लोड़, आपां होर पंजाब नूं लुट्टीए, साडियां नस्लां भी लुटदी रहियां, असीं भी लुटदे रहिए। अजिहे वादियां करके उन्होंने बच्चों नूं नौकरियां दे रहे आ ते कह रहे हैं कि जिहड़े वो परिवार ने वो आर्थिक तौर के उत्ते तंगी विचों गुजर रहे हैं विधायकों के परिवार। ये किवें हो सकदा कैप्टन साहब? जिन्होंने 4-4 गनमैन मिलते हैं, सरकारी गड्डियां, सरकारी तेल मिलते हैं, वो आर्थिक तंगी विच किवें गुजर सकते हैं? जिथे लोड़ सी कर कर कैप्टन के तहत तुसीं नौकरियां दित्तियां सीगियां, तां लोड़ ये सीगी भी तुसीं जिहड़े नौजवान बेरोजगार करोना काल दे विच होए आ, जिन्हां ने अपणियां जिम्मां बंद कीतियां, होर जिहड़े संस्थावां बंद कीतियां, भुखे बैठे ने, अपने बच्चों के ढिड भरन तो मजबूर बैठे ने, उन्हां नूं नौकरियां देणियां चाहीदियां सीगियां। इस दे नाल ही जेकर असीं पिछली सरकार की गल करिए बादल वालियां दी, तां इह तां कैप्टन साहब अपने विधायकों नूं नौकरियां दे रहे आ, विधायकों के पुत्तरां नूं दे रहे आ, पर साडे मानयोग प्रकाश सिंह बादल साहब जिन्होंने पंजाब के बोर्ड के नाम जानिया जाता वा, उन्होंने तो अपना परिवार ही सरकार के सैट कर दिता। जेकर उन्होंने बेटे की गल करिए, डिप्टी CM रहिंदे सुखवीर बादल, उन्होंने नौं की गल करिए तो केंद्र के वजारत कर रहे थे, वजीर से लोग रोह ने, ये कहते हैं कि अस्तीफा दिता नहीं, अस्तीफा लोगों ने दवाया। तो साडी पंजाब दे लिए इन्होंने शहादत दी है, जिस करके पंजाब सरकार इन्होंने बाई जी शहादत दी, असीं उन्हां दा सत्कार करते हैं, चाहे वह अपने कह सकते हैं सांसद बाजवा जी के पिता होण, चाहे राकेश जी के पिता होण। असीं ये नहीं कहते कि उन्होंने शहादत दित्तियां, पर शहादत होरां ने भी बहुत दित्तियां ना। 1984 ਦੇ ਵਿੱਚ ਜਿਹੜੇ ਦਿੱਲੀ ਪੀੜਤ ਨੇ, ਜਿਹੜੇ ਦਿੱਲੀ ਦੰਗਿਆਂ ਦੇ ਵਿੱਚ ਸਿੱਖ ਭਰਾ ਮਾਰੇ ਗਏ ਨੇ, ਹਿੰਦੂ ਭਰਾ ਜਿਹੜੇ ਬੱਸਾਂ ਚੋਂ ਕੱਢ ਮਾਰੇ ਗਏ ਨੇ, ਉਹਨਾਂ ਦੇ ਪਰਿਵਾਰ ਵੀ ਤਾਂ ਸ਼ਹੀਦਾਂ ਦੇ ਵਿੱਚ ਹੀ ਗਿਣੇ ਜਾਣਗੇ। ਜਾਂ ਫਿਰ ਪੰਜਾਬ ਸਰਕਾਰ ਉਹ ਲੋਕਾਂ ਨੂੰ ਸ਼ਹੀਦ ਨਹੀਂ ਮੰਨਦੀ, ਜਾਂ ਇਕੱਲੇ 2 ਹੀ ਸ਼ਹੀਦ ਹੋਏ ਨੇ। ਸਾਨੂੰ ਇਹ ਨਹੀਂ ਵੀ ਇਹ ਸ਼ਹੀਦ ਹੋਏ ਨੇ, ਨਹੀਂ, ਪਰ ਸਾਡੇ ਕਹਿਣ ਦਾ ਮਤਲਬ ਇਹ ਆ, ਇਹ ਰੱਜਿਆ ਪੁੱਜਿਆ ਪਰਿਵਾਰ ਆ। 5 ਵਾਰੀ ਰਾਕੇਸ਼ ਪਾਂਡੇ MLA ਰਹੇ ਨੇ, ਇਹ ਰੱਜੇ ਪੁੱਜੇ ਪਰਿਵਾਰ, ਇਹਨਾਂ ਨੂੰ ਨੌਕਰੀਆਂ ਦੀ ਲੋੜ ਨਹੀਂ। ਨੌਕਰੀਆਂ ਦੀ ਲੋੜ, ਮੇਰੇ ਪਿੱਛੇ ਤੁਸੀਂ ਨਵੇਂ ਨੌਜਵਾਨ ਦੇਖ ਸਕਦੇ ਹੋ, ਨਵੇਂ ਨੌਜਵਾਨ ਲੈ ਕੇ ਆਏ ਹਾਂ ਅਸੀਂ। ਇਹ ਨੌਜਵਾਨ ਨੇ ਜਿਹੜੇ ਲੋੜਵੰਦ ਘਰਾਂ ਨੂੰ ਬਿਲੋਂਗ ਕਰਦੇ ਨੇ। ਰਾਕੇਸ਼ ਪਾਂਡੇ ਪਿਛਲੀ ਵਾਰ ਜਦੋਂ ਇਲੈਕਸ਼ਨ ਲੜੇ ਸੀ, ਉਹਨਾਂ ਨੇ ਚੱਲ ਆਪਣੀ 3 ਕਰੋੜ ਤੋਂ ਜ਼ਿਆਦਾ ਜੀ ਦੱਸੀ ਸੀ ਕਿ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਨੇ सबमिट कराया कि 3 करोड़ तो ज़्यादा मेरी प्रॉपर्टी है जी। तो दूसरा आप बाजवा साहब की गल कर लीए, वो 15 करोड़ तो ज़्यादा उन्होंने जी। की समझते हो कि ਜਿਹੜੇ ਕਰੋੜਾਂ ਦੀ ਪ੍ਰਾਪਰਟੀ ਲੱਗਦੇ ਨੇ, ਅੱਜ ਉਹਨਾਂ ਨੂੰ ਨੌਕਰੀਆਂ ਦੀ ਲੋੜ ਹੈ? ਬਾਈ ਜੀ ਦੇਖੋ, ਇਹ ਤੁਹਾਡੀਆਂ ਗੱਲਾਂ ਸੁਣ ਕੇ ਤੁਸੀਂ ਮੈਨੂੰ ਤੁਹਾਡਾ ਧੰਨਵਾਦ ਹੈ, ਤੁਸੀਂ ਜਾਣਕਾਰੀ ਵਿੱਚ ਵਾਧਾ ਕੀਤਾ। ਪਰ ਇੱਕ ਪੰਜਾਬੀ ਦੀ ਕਹਾਵਤ ਚੇਤੇ ਆ ਗਈ ਕਿ ਅੰਨਾ ਵੰਡੇ ਸਿਰ ਨਹੀਂ ਮੁੜ ਕਰਦਿਆਂ ਨੂੰ। ਇਹ ਉਹ ਗੱਲ ਹੋਈ ਆ, ਜਿਹੜੇ ਪਹਿਲਾਂ ਰੱਜੇ ਪੁੱਜੇ ਪਰਿਵਾਰ ਸੀ, ਬਾਦਲ ਵਾਲਿਆਂ ਨੇ ਵੀ ਐਂ ਕੀਤਾ, ਇਹ ਕੈਪਟਨ ਸਰਕਾਰ ਵੀ ਐਂ ਕਰ ਰਹੀ ਆ। ਸਾਡੇ ਮੁਲਾਜ਼ਮਾਂ ਦੀਆਂ 3-3 ਮਹੀਨਿਆਂ ਤੋਂ ਤਨਖਾਹਾਂ ਨਹੀਂ ਪਈਆਂ। ਕਰੋਨਾ ਦੇ ਵਿੱਚ ਉਹਨਾਂ ਨੂੰ ਯੋਧਿਆਂ ਦੇ ਅਵਾਰਡ ਦੇ ਦਿੱਤੇ ਗਏ, ਪਰ ਅੱਜ ਮੁਲਾਜ਼ਮ ਭਰਾ ਵੀ ਆਪਣੇ ਜਿਹੜੇ ਬੱਚੇ ਨੇ ਉਹ ਪਾਲਣ ਤੋਂ ਅਸਮਰੱਥ ਨੇ। ਜਿਹੜੇ ਲੋੜਵੰਦ ਨੌਜਵਾਨ ਨੇ, ਜਿਹੜੇ ETT ਪ੍ਰਦਰਸ਼ਨ ਪਟਿਆਲੇ ਕਰ ਰਹੇ ਨੇ, BSNL ਟਾਵਰ ਦੇ ਉੱਤੇ ਲਗਾਤਾਰ 2.5-3 ਮਹੀਨਿਆਂ ਤੋਂ ਉੱਥੇ ਚੜੇ ਬੈਠੇ ਨੇ, ਉਹਨਾਂ ਨੂੰ ਰੋਜ਼ਗਾਰ ਦੇਣ ਦੀ ਲੋੜ ਸੀ, ਨਾ ਕਿ ਵਿਧਾਇਕਾਂ ਦੇ ਪੋਤਿਆਂ ਨੂੰ ਤੇ ਪੁੱਤਰਾਂ ਨੂੰ। ਤੇ ਮੈਂ ਇੱਕ ਹੋਰ ਤੁਹਾਡੇ ਚੈਨਲ ਦੇ ਰਾਹੀਂ ਇੱਕ ਮੈਂ ਚੈਲੰਜ ਕਰਕੇ ਜਾਣਾ ਵਾ। ਸੁਖਵਿੰਦਰ ਸਿੰਘ ਹਲਵਾਰਾ ਮੇਰਾ ਨਾਮ ਆ। ਮੈਂ ਬਾਦਲ ਦਲ ਵਾਲਿਆਂ ਨੂੰ ਤੇ ਕਾਂਗਰਸ ਪਾਰਟੀ ਨੂੰ ਖੁੱਲ੍ਹਾ ਚੈਲੰਜ ਕਰਦਾ ਵਾਂ, ਜਿਹੜੇ ਪੰਜਾਬ ਦੇ ਵੱਡੇ ਹਤੈਸ਼ੀ ਬਣਦੇ ਨੇ ਤੇ 2022 ਦੇ ਵਿੱਚ ਕਹਿ ਰਹੇ ਨੇ ਕਿ ਸਾਡੀ ਸਰਕਾਰ ਉੱਭਰ ਕੇ ਆ ਰਹੀ ਆ, ਇਹਨਾਂ ਦੇ ਬਿਆਨ ਆਉਂਦੇ ਨੇ। ਮੇਰਾ ਖੁੱਲ੍ਹਾ ਚੈਲੰਜ ਆ, ਚੈਨਲ ਤੁਹਾਡਾ, ਪੱਤਰਕਾਰ ਤੁਹਾਡਾ, ਮੇਰੇ ਘਰੇ ਚਾਹੇ ਟੀਮ ਭੇਜ ਦਿਓ, ਚਾਹੇ ਮੈਨੂੰ ਕਿਸੇ ਪਬਲਿਕ ਪਲੇਸ ਤੇ ਸੱਦ ਲਿਓ, ਤੁਹਾਡੇ ਨਾਲ ਖੁੱਲ੍ਹੀ ਡਿਬੇਟ ਦੀ ਚੁਣੌਤੀ ਦਿੰਦਾ ਵਾਂ। ਜੇਕਰ ਤੁਹਾਡੇ ਨਾਲ ਬਹਿਸ ਦੇ ਵਿੱਚੋਂ ਹਾਰਦਾ ਵਾਂ ਤਾਂ ਆਪਣਾ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਨੂੰ ਆਪਣਾ ਉਸਤਾਦ ਮੰਨਦਾ ਵਾਂ।
ਤੇ ਉਸ ਦਿਨ ਤੋਂ ਹੀ ਇਹ ਚਿੱਟਾ ਕੁੜਤਾ ਪਜਾਮਾ ਪਾਉਣਾ ਛੱਡ दूंगा जिस दिन ਤੁਹਾਡੇ ਨਾਲੋਂ ਬਹਿਸ ਤੋਂ हार गया जी। लुधियाना से कैमरामैन जसविंदर के साथ नलिनी की रिपोर्ट। आज के समाचार बस यहीं तक। मैं विनीता कल फिर हाजिर होंगी कुछ और धार्मिक और सामाजिक समाचारों के साथ। तब तक आप बने रहिए आत्मा चैनल के साथ। जय जिनेंद्र।